ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚਐਸ ਧਾਲੀਵਾਲ ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਰਹੇ ਸੀਗੇ। ਖੁਲਾਸੇ ਕੀਤੇ ਨੇ ਦਿੱਲੀ ਪੁਲਿਸ ਨੇ ਅੰਕਿਤ ਸਿਰਸਾ ਨੂੰ ਲੈ ਕੇ, ਖੁਲਾਸੇ ਕੀਤੇ ਨੇ ਅੰਕਿਤ ਸਿਰਸਾ ਨੂੰ ਗ੍ਰਿਫਤਾਰ ਕੀਤਾ ਹੈ। ਸ਼ੂਟਰਾਂ ਨੂੰ ਪਨਾਹ ਦੇਣ ਵਾਲਾ ਸਚਿਨ ਚੌਧਰੀ ਵੀ ਕਾਬੂ ਕੀਤਾ ਦਿੱਲੀ ਪੁਲਿਸ ਨੇ। ਵੱਡਾ ਖੁਲਾਸਾ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜਿਆ। ਅੰਕਿਤ ਸਿਰਸਾ ਨੇ ਨੇੜਿਓਂ ਮੂਸੇਵਾਲਾ ਨੂੰ ਗੋਲੀ ਮਾਰੀ ਸੀ। ਐਚਐਸ ਧਾਲੀਵਾਲ ਨੇ ਇਹ ਖੁਲਾਸਾ ਕੀਤਾ ਹੈ। ਇਸ ਦੇ ਨਾਲ ਲਗਾਤਾਰ ਆਪਣੀ ਥਾਂ ਬਦਲ ਰਹੇ ਸੀਗੇ। ਪਿਛਲੇ ਤਕਰੀਬਨ 34-35 ਦਿਨਾਂ ਦੇ ਵਿੱਚ 34-35 ਲੋਕੇਸ਼ਨਸ ਚੇਂਜ ਕੀਤੀਆਂ ਨੇ ਕਾਤਲਾਂ ਨੇ, ਯਾਨੀ ਐਸਕੇਪ ਪਲਾਨ ਜਿਹੜਾ ਹੈਗਾ, ਕਿਉਂਕਿ ਕਾਤਲਾਂ ਨੂੰ ਇਹ ਪਤਾ ਸੀਗਾ, ਸ਼ੂਟਰਾਂ ਨੂੰ ਇਹ ਪਤਾ ਸੀ ਕਿ ਹੁਣ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਕਈ ਸਾਰੇ ਸਟੇਟਸ ਦੀ ਪੁਲਿਸ ਲੱਗੀ ਹੋਈ ਹੈ। ਇਸ ਕਰਕੇ ਲਗਾਤਾਰ ਆਪਣੀ ਥਾਂ ਚੇਂਜ ਕਰ ਰਹੇ ਸੀਗੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚਐਸ ਧਾਲੀਵਾਲ ਨੇ ਮੀਡੀਆ ਨੂੰ ਸੰਬੋਧਨ ਕੀਤਾ ਹੈ। ਖੁਲਾਸੇ ਕੀਤੇ ਨੇ, ਅਹਿਮ ਖੁਲਾਸੇ ਕੀਤੇ ਨੇ। ਇੱਕ ਪਾਸਿਓਂ ਹੀ ਗੋਲੀਆਂ ਜਿਹੜੀਆਂ ਸੀਗੀਆਂ ਉਹ ਚਲਾਈਆਂ ਗਈਆਂ ਥਾਰ ਦੇ ਉੱਤੇ, ਔਰ ਉਸ ਦੇ ਵਿੱਚ ਜਿਹੜਾ ਹੈਗਾ ਕਿਸ ਤਰੀਕੇ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਦੀ ਕੜੀਆਂ ਜਿਹੜਾ ਹੈਗਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਜੋੜਦੀ ਹੋਈ ਨਜ਼ਰ ਆਈ। ਕਿਸ ਤਰੀਕੇ ਕਰੋਲਾ ਤੋਂ ਜਿਹੜਾ ਹੈਗਾ ਬਸਟ ਫਾਇਰ ਕੀਤਾ ਗਿਆ ਸੀਗਾ, ਟਾਇਰ ਦੇ ਵਿੱਚ ਜਾ ਕੇ ਲੱਗਦਾ ਉਹ, ਥਾਰ ਦੇ ਟਾਇਰ ਦੇ ਵਿੱਚੋਂ ਬਸਟ ਲੱਗਦਾ ਹੈ ਤੇ ਉਸ ਤੋਂ ਬਾਅਦ ਥਾਰ ਰੁਕ ਜਾਂਦੀ ਹੈ। ਉਸ ਤੋਂ ਬਾਅਦ ਬੁਲੈਰੋ ਪਿੱਛੋਂ ਜਾ ਕੇ ਜਿਹੜਾ ਹੈਗਾ ਓਵਰਟੇਕ ਕਰਦੀ ਹੈ ਕਰੋਲਾ ਨੂੰ ਤੇ ਥਾਰ ਨੂੰ। ਉਸ ਚੋਂ ਉਤਰ ਕੇ ਫਾਇਰਿੰਗ ਕਰਦੇ ਨੇ ਮਨੂ ਕੁਸਾ ਤੇ ਪ੍ਰਿਯਵਰਤ ਫੌਜੀ ਤੇ ਇਸ ਦੇ ਨਾਲ ਅੰਕਿਤ ਸਿਰਸਾ ਦੀ ਉਮਰ 17.5 ਸਾਲ ਹੈ। ਇਹਨਾਂ ਚੋਂ ਸਭ ਤੋਂ ਘੱਟ ਉਮਰ ਦਾ ਸ਼ੂਟਰ ਅੰਕਿਤ ਹੈ, ਜਿਹੜਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਦੱਸ ਰਹੇ ਨੇ। ਸਭ ਤੋਂ ਘੱਟ ਉਮਰ ਦਾ ਸ਼ੂਟਰ ਜਿਹੜਾ ਹੈਗਾ ਅੰਕਿਤ ਹੈਗਾ, ਔਰ ਅੰਕਿਤ ਨੇ ਦੋਵੇਂ ਹੱਥਾਂ ਦੇ ਨਾਲ ਫਾਇਰਿੰਗ ਕੀਤੀ ਸੀ। ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਸਭ ਤੋਂ ਅਹਿਮ ਖਬਰ ਇਸ ਵੇਲੇ ਦਿੱਲੀ ਪੁਲਿਸ ਦੀ ਪ੍ਰੈਸ ਕਾਨਫਰੰਸ, ਜਿਸ ਦੇ ਵਿੱਚ ਐਚਐਸ ਧਾਲੀਵਾਲ ਨੇ ਕਈ ਅਹਿਮ ਖੁਲਾਸੇ ਕੀਤੇ ਨੇ, ਕਈ ਵੱਡੇ ਖੁਲਾਸੇ ਕੀਤੇ ਨੇ। ਕਿਸ ਤਰੀਕੇ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ, ਕਿਸ ਤਰੀਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਇਹ ਹੁਣ ਖੁਲਾਸਾ ਕਰਦੀ ਹੋਈ ਪੁਲਿਸ ਨਜ਼ਰ ਆ ਰਹੀ ਹੈ। ਹਾਲਾਂਕਿ ਇੱਕ ਪੁਆਇੰਟ ਤੇ ਐਚਐਸ ਧਾਲੀਵਾਲ ਨੇ ਕਿਹਾ ਕਿ ਹਜੇ ਅਸੀਂ ਉਸ ਪੁਆਇੰਟ ਤੇ ਨਹੀਂ ਪਹੁੰਚੇ ਕਿ ਅਸੀਂ ਇਹ ਐਕਚੁਅਲੀ ਕਹਿ ਸਕੀਏ ਕਿ AK-47 ਦਾ ਇਸਤੇਮਾਲ ਜਿਹੜਾ ਹੋਇਆ ਤਾਂ ਉਹ ਕਿੱਥੋਂ ਲਈ ਗਈ ਸੀਗੀ, ਜਾਂ AK ਵੈਪਨ ਜਿਹੜੇ ਲਏ ਗਏ ਨੇ ਉਸ ਦਾ ਐਕਚੁਅਲ ਸੋਰਸ ਕੀ ਹੈਗਾ। ਇਹ ਵੀ ਐਚਐਸ ਧਾਲੀਵਾਲ ਨੇ ਕਿਹਾ ਕਿ ਅਸੀਂ ਉਸ ਸਟੇਜ ਤੇ ਫਿਲਹਾਲ ਨਹੀਂ ਪਹੁੰਚਿਆ, ਪਰ ਲਗਾਤਾਰ ਜਿਹੜੇ ਹੈਗੇ ਖੁਲਾਸੇ ਹੋ ਰਹੇ ਨੇ। ਅੰਕਿਤ ਨੇ ਦੋਵੇਂ ਹੱਥਾਂ ਦੇ ਨਾਲ ਫਾਇਰਿੰਗ ਕੀਤੀ ਸੀਗੀ। ਦਿੱਲੀ ਪੁਲਿਸ ਨੇ ਇੱਕ ਖੁਲਾਸਾ ਕੀਤਾ ਹੈ। ਅੰਕਿਤ ਸਿਰਸਾ ਜਿਹੜਾ ਹੈਗਾ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ। ਸਚਿਨ ਚੌਧਰੀ ਨੂੰ ਉਸ ਦੇ ਨਾਲ ਗ੍ਰਿਫਤਾਰ ਕੀਤਾ। ਅੰਕਿਤ ਸਿਰਸਾ ਦੇ ਕੋਲੋਂ ਹਥਿਆਰ ਬਰਾਮਦ ਹੋਏ ਨੇ ਤੇ ਨਾਲ ਹੀ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ। ਪੁਲਿਸ ਦੀ ਵਰਦੀ ਬਰਾਮਦ ਹੋਣ ਦੇ ਪਿੱਛੇ ਵਜ੍ਹਾ ਜਿਹੜੀ ਦੱਸੀ ਹੈ ਐਚਐਸ ਧਾਲੀਵਾਲ ਨੇ, ਦੋ ਪਲਾਨ ਸੀਗੇ। ਨਿਊਜ਼ 18 ਪੰਜਾਬ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਾਤਲਾਂ ਨੇ ਦੋ ਪਲਾਨ ਬਣਾਏ ਸੀਗੇ। ਇੱਕ ਪਲਾਨ ਇਹ ਸੀਗਾ ਕਿ ਸਿੱਧੂ ਮੂਸੇਵਾਲਾ ਦੇ ਘਰ ਦੇ ਅੰਦਰ ਦਾਖਲ ਹੋ ਕੇ ਉਸ ਤੇ ਫਾਇਰਿੰਗ ਕੀਤੀ ਜਾਵੇ, ਉਸ ਨੂੰ ਉੱਥੇ ਕਤਲ ਕੀਤਾ ਜਾਵੇ। ਉਸ ਨੂੰ ਅੰਜਾਮ ਦੇਣਾ ਸੀ ਪੁਲਿਸ ਦੀ ਵਰਦੀ ਪਾ ਕੇ। ਪੁਲਿਸ ਦੀ ਵਰਦੀ ਪਾ ਕੇ ਉਸ ਵਾਰਦਾਤ ਨੂੰ ਉਸ ਤਰੀਕੇ ਅੰਜਾਮ ਦੇਣ ਦੀ ਜਿਹੜੀ ਪਲੈਨਿੰਗ ਸੀਗੀ ਉਹ ਫੇਲ ਹੋ ਗਈ, ਕਿਉਂਕਿ ਜਦੋਂ ਰੇਕੀ ਕੀਤੀ ਗਈ, ਰੇਕੀ ਕਰਨ ਵੇਲੇ ਸ਼ੂਟਰਸ ਨੂੰ ਪਤਾ ਲੱਗਿਆ ਕਿ ਪੂਰੀ ਚੈਕਿੰਗ ਹੁੰਦੀ ਹੈ, ਜਾਂਚ ਹੁੰਦੀ ਹੈ, ਔਰ ਉਸ ਤੋਂ ਬਾਅਦ ਅੰਦਰ ਜਾਣ ਦਿੱਤਾ ਜਾਂਦਾ ਹੈ। ਸੋ ਕਿਤੇ ਨਾ ਕਿਤੇ ਉਹ ਪਲਾਨ ਜਿਹੜਾ ਹੈਗਾ ਉਹ ਕੈਂਸਲ ਕੀਤਾ ਗਿਆ। ਪਰ ਅੰਕਿਤ ਸਿਰਸਾ ਨੇ ਪੁਲਿਸ ਦੀ ਵਰਦੀ ਜਿਹੜੀ ਸੀਗੀ ਉਹ ਸਾਂਭ ਕੇ ਰੱਖੀ। ਕਿਉਂ? ਤਾਂ ਕਿ ਜੇਕਰ ਕਿਸੇ ਵੀ ਵੇਲੇ ਪੁਲਿਸ ਗ੍ਰਿਫਤਾਰ ਕਰਨ ਲਈ ਪਹੁੰਚਦੀ ਹੈ ਔਰ ਪੁਲਿਸ ਨੇੜੇ ਪਹੁੰਚ ਜਾਂਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਪੂਰੀ ਵਾਰਦਾਤ ਤੋਂ ਬਾਅਦ, ਤਾਂ ਉਹ ਪੁਲਿਸ ਦੀ ਹੀ ਵਰਦੀ ਪਾ ਕੇ ਉੱਥੋਂ ਫਰਾਰ ਹੋ ਸਕਣ, ਉਹਨਾਂ ਤੇ ਕੋਈ ਸ਼ੱਕ ਨਾ ਕਰ ਸਕੇ ਕਿ ਇਹ ਸ਼ੂਟਰਸ ਨੇ। ਪਲੈਨਿੰਗ ਜਿਹੜੀ ਹੈਗੀ ਹੈ ਵੱਡੇ ਪੱਧਰ ਤੇ ਕੀਤੀ ਗਈ ਸੀ ਸ਼ੂਟਰਸ ਦੇ ਵੱਲੋਂ, ਪਰ ਉਸ ਪਲੈਨਿੰਗ ਨੂੰ ਹੁਣ ਬਸਟ ਕਰਦੀ ਹੋਈ ਨਜ਼ਰ ਆ ਰਹੀ ਹੈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ। ਐਚਐਸ ਧਾਲੀਵਾਲ ਨੇ ਮੀਡੀਆ ਨੂੰ ਸੰਬੋਧਨ ਕੀਤਾ ਹੈ। ਸ਼ਿਕੰਜੇ ਵਿੱਚ ਸ਼ਾਰਪ ਸ਼ੂਟਰ ਆਇਆ। ਤੀਜੇ ਸ਼ੂਟਰ ਦੀ ਗ੍ਰਿਫਤਾਰੀ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਹੁਣ ਜਿਸ ਤਰੀਕੇ ਅੰਕਿਤ ਦੀ ਗ੍ਰਿਫਤਾਰੀ ਹੋਈ ਹੈ, ਔਰ ਉਸ ਤੋਂ ਬਾਅਦ ਬਾਕੀ ਦੇ ਸ਼ੂਟਰਸ ਦੀ ਭਾਲ ਦੇ ਲਈ ਛਾਪੇਮਾਰੀ ਜਿਹੜੀ ਹੈਗੀ ਉਹ ਥਾਂ ਤੇ ਕੀਤੀ ਜਾ ਰਹੀ ਹੈ। ਅੰਕਿਤ ਦੇ ਕੋਲੋਂ ਪਿਸਟਲ ਤੇ ਪੁਲਿਸ ਦੀ ਵਰਦੀ ਬਰਾਮਦ ਕੀਤੀ ਹੈ ਪੁਲਿਸ ਨੇ, ਜੋ ਉਸੇ ਦੇ ਮੁਤਲਕ ਐਚਐਸ ਧਾਲੀਵਾਲ ਨੇ ਮੀਡੀਆ ਨੂੰ ਸੰਬੋਧਨ ਕੀਤਾ। ਸੋ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਚੋਂ ਗ੍ਰਿਫਤਾਰੀ ਹੋਈ ਹੈ ਨਾ ਸ਼ਾਰਪ ਸ਼ੂਟਰਸ ਦੀ। 2 ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਨੇ। ਪੰਜਾਬ ਪੁਲਿਸ ਦੀਆਂ 3 ਵਰਦੀਆਂ ਵੀ ਬਰਾਮਦ ਹੋਈਆਂ ਨੇ। ਡੋਂਗਲ ਅਤੇ ਸਿਮ ਬਰਾਮਦ ਹੋਇਆ, ਮੋਬਾਈਲ ਬਰਾਮਦ ਹੋਇਆ। ਅੰਕਿਤ ਸਿਰਸਾ ਨੇ ਮੂਸੇਵਾਲਾ ਨੂੰ ਬਿਲਕੁਲ ਨੇੜੇ ਜਾ ਕੇ ਗੋਲੀਆਂ ਮਾਰੀਆਂ, ਔਰ ਸਭ ਤੋਂ ਜ਼ਿਆਦਾ ਕਲੋਜ਼ ਅੰਕਿਤ ਸਿਰਸਾ ਸੀਗਾ
ਇਸ ਪੂਰੀ ਵਾਰਦਾਤ ਦੇ ਵਿੱਚ ਜਿਸ ਨੇ ਸਭ ਤੋਂ ਜ਼ਿਆਦਾ ਨੇੜੇ ਜਾ ਕੇ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ, ਉਸਨੇ ਗੋਲੀਆਂ ਮਾਰੀਆਂ ਔਰ ਦੋਵੇਂ ਹੱਥਾਂ ਦੇ ਨਾਲ ਉਸਨੇ ਗੋਲੀਆਂ ਚਲਾਈਆਂ ਨੇ। ਇਹ ਅੰਕਿਤ ਸਿਰਸਾ ਤੇ ਇਲਜ਼ਾਮ ਹੈਗਾ, ਮੂਸੇਵਾਲਾ ਤੇ ਗੋਲੀਆਂ ਵਰਾਣ ਦਾ ਇਲਜ਼ਾਮ ਉਸ ਤੇ ਹੈ। ਪਹਿਲਾਂ ਸ਼ਾਰਪ ਸ਼ੂਟਰ ਪ੍ਰਿਯਵਰਤ ਫੌਜੀ ਤੇ ਕਸ਼ਿਸ਼ ਪਹਿਲਾਂ ਤੋਂ ਹੀ ਗ੍ਰਿਫਤਾਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਡੇ ਸਹਿਯੋਗੀ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ। मनोज, कई सारे अहम खुलासे एचजीएस धालीवाल ने किए ने। बिल्कुल गगन, लगातार असी कोशिश कर रहे हैं जी वारदात हुई है ग्राउंड जीरो से तुहानूं देण दी। पहले ही दस्सिया सीगा कि पुलिस की वर्दी भी इन्हां कोलों बरामद हुई है, यानी कि ये वारदात नूं अंजाम देण तो बाद ये गुमराह करने की भी कोशिश कर रहे थे, यानी अपना जिहड़ा हुलिया है वो चेंज करके ये कई ठिकाने जिहड़े हैं उन्होंने चेंज किए, क्योंकि ਜਿਹੜੇ ਪਹਿਲਾਂ ਵੀ ਅਰੈਸਟ ਹੋਏ ਹੈ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਕਿ ਅਸੀਂ ਕਈ ਹੁਲੀਏ ਜਿਹੜੇ ਚੇਂਜ ਕਰਕੇ ਅਸੀਂ ਇੱਥੇ ਜਿਹੜੇ ਹੈਗੇ ਲੋਕੇਸ਼ਨ ਜਿਹੜੀ ਉਹ ਅਸੀਂ ਚੇਂਜ ਕਰਦੇ ਰਹੇ। ਹਾਲਾਂਕਿ ਪੁਲਿਸ ਯੂਨੀਫਾਰਮ ਦੇ ਨਾਲ ਨਾਲ ਕਈ ਚੀਜ਼ਾਂ ਜਿਹੜੀਆਂ ਹੈ ਉਹ ਵੀ ਰਿਕਵਰ ਹੋਈ ਹੈ, ਪਿਸਟਲ ਤੋਂ ਨਾਲ ਨਾਲ ਜਿਹੜੀ ਜਿੰਦਾ ਕਾਰਤੂਸ ਹੈ। ਜਿਹੜਾ ਅੰਕਿਤ ਸਿਰਸਾ ਦੀ ਅਸੀਂ ਗੱਲ ਕਰ ਰਹੇ ਹਾਂ, ਇਹ 4 ਸ਼ਾਰਪ ਸ਼ੂਟਰ ਜਿਨ੍ਹਾਂ ਦੀ ਭਾਲ ਕਰ ਰਹੀ ਹੈ ਪੰਜਾਬ ਪੁਲਿਸ ਦੇ ਨਾਲ ਨਾਲ ਦਿੱਲੀ ਪੁਲਿਸ, ਰਾਜਸਥਾਨ ਪੁਲਿਸ, ਹਰਿਆਣਾ ਪੁਲਿਸ, ਉਹਨਾਂ ਵਿੱਚ ਇੱਕ ਹੈ ਅੰਕਿਤ ਸਿਰਸਾ। ਇਹ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਿਯਵਰਤ ਫੌਜੀ ਦਾ ਬਹੁਤ ਖਾਸ ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈਗਾ। ਇਹਦੇ ਤੇ ਕਈ ਮਾਮਲੇ ਦਰਜ ਨੇ। ਅੰਕਿਤ ਸਿਰਸਾ ਜਿਹੜਾ ਹੈਗਾ ਤੇ ਇਹਦੇ ਨਾਲ ਜਿਹੜਾ ਸਚਿਨ ਚੌਧਰੀ ਹੈ ਉਹ ਭਿਵਾਨੀ ਦਾ ਰਹਿਣ ਵਾਲਾ ਹੈ। ਰਾਜਸਥਾਨ 'ਚ ਕਈ ਮਰਡਰ ਜਿਹੜੇ ਹੈਗੇ ਮਰਡਰ ਦੇ ਮਾਮਲੇ ਦੇ ਦਰਜ ਨੇ ਤੇ ਇਹ ਜਿਹੜਾ ਅੰਕਿਤ ਸਿਰਸਾ ਇਹ ਵੀ ਸ਼ਾਰਪ ਸ਼ੂਟਰ ਹੈਗਾ ਤੇ ਇਹਦੇ ਵੀ ਕਈ ਜਿਹੜੇ ਮਾਮਲੇ ਦਰਜ ਹੈ ਤੇ ਹੁਣ ਕਸ਼ਮੀਰੀ ਗੇਟ ਦੇ ਨੇੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਹੋਰ ਕਈ ਜਿਹੜੇ असला है वो भी बरामद किया है। इन्होंने कोलों पुछगिछ कई बड़े खुलासे हो, क्योंकि कई चीज़ें निकल कर सामने आ रही है कि आखिर वारदात को अंजाम देने तो बाद ये जिहड़े भी शार्प शूटर सीगे ये कित्थे कित्थे गए हैं, कित्थे कित्थे इन्होंने लोकेशन चेंज की है। ये सारी चीज़ों को लैके हुण पुलिस जिहड़ी है वो काम कर रही है ते हुण अंकित सिरसा की गिरफ्तारी तो बाद होर भी बड़े खुलासे पूरे मामले च लगातार होणगे, क्योंकि जिहड़े होर 3 है दीपक, मनु खूसा, जगरूप, ये बहुत बड़ी, क्योंकि ये जिहड़े हैगे मेन मनु खूसा ने सब तो पहला गोलियां चलाई थी जिहड़ी हुण तक दी इन्फॉर्मेशन आती है ते अंकित सिरसा ने दोनों हाथों तो इन्होंने गोली चलाई थी बिल्कुल सामने इन फ्रंट, क्योंकि डीजीपी पंजाब वालों भी ये जानकारी दी गई थी कि एक गन तो नहीं बल्कि मल्टीपल फायरिंग हुए, दूजे वख जिहड़े वैपन्स ने उन्हां तो फायर हुए हैं सिद्धू मूसेवाले ते, यानी कि मनु खूसा ने अलग, प्रियवरत फौजी ने अलग ते ਜਿਹੜਾ ਅੰਕਿਤ ਸਿਰਸਾ ਹੈ उन्होंने अपनी पिस्टल से जी है गोलियां मारी है सिद्धू मूसेवाले ਨੂੰ। तो ਹੁਣ अंकित सिरसा की गिरफ्तारी तो बाद होर भी पुलिस की नजर आ रही कि जल्दी होर भी ਜਿਹੜੇ शार्प शूटर ने उन्होंने गिरफ्तारी जी है वो हो सकती है जी। बिल्कुल, कितना कितने अहम खुलासे ਜਿਹੜੇ ਹੈਗੇ मनोज किते एचजीएस धालीवाल ने, और जिस तरीके कहा कि अंकित सिरसा ने सब तो नेड़े ਜਿਹੜਾ ਹੈਗਾ ਗੋਲੀਆਂ ਚਲਾਉਣ ਵਾਲਾ ਅੰਕਿਤ ਸਿਰਸਾ ਸੀਗਾ ਜਿਸਨੇ ਦੋਵੇਂ ਹੱਥਾਂ ਦੇ ਨਾਲ ਗੋਲੀਆਂ ਭਰਾਈਆਂ ਸਿੱਧੂ ਮੂਸੇਵਾਲਾ ਤੇ। ਸਭ ਤੋਂ ਜ਼ਿਆਦਾ ਨੇੜੇ ਜਾ ਕੇ ਜਿਸਨੇ ਫਾਇਰਿੰਗ ਕੀਤੀ ਉਹ ਅੰਕਿਤ ਸਿਰਸਾ ਸੀਗਾ। 17.5 18 ਸਾਲ ਉਮਰ ਜਿਹੜੀ ਹੈਗੀ ਅੰਕਿਤ ਸਿਰਸਾ ਦੀ ਹੈਗੀ, ਸਭ ਤੋਂ ਘੱਟ ਉਮਰ ਦਾ ਸ਼ੂਟਰ ਉਹ ਹੈ ਨਾ ਸਾਰੇ ਸ਼ੂਟਰਸ ਦੇ ਵਿੱਚੋਂ। ਤੇ ਉਸ ਦੇ ਬਾਰੇ ਜਿਹੜਾ ਹੈਗਾ ਅਹਿਮ ਖੁਲਾਸੇ, ਔਰ ਇਹ ਤਸਵੀਰਾਂ ਕਾਫੀ ਅਹਿਮ ਨੇ। ਅੰਕਿਤ ਸਿਰਸਾ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਵੇਲੇ, ਜਿੱਥੇ ਉਸ ਦੇ ਨਾਲ ਸਚਿਨ ਚੌਧਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਔਰ ਅੰਕਿਤ ਸਿਰਸਾ ਤੇ ਸਚਿਨ ਚੌਧਰੀ ਦੋਵੇਂ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ एचजीएस धालीवाल ने खुलासे किते ने, अहम खुलासे। और ये दोवें कातिल ने जिन्हां ने सिद्धू मूसेवाला ते गोलियां मराइयां। उन्हां कातिलां चों एक अंकित सिरसा, जिसनूं तुसीं टीवी स्क्रीन ते वेख रहे हो, जिसने दोवें हत्थां दे नाल गोलियां चलाइयां। सचिन चौधरी जिसने पनाह दित्ती कातिलां नूं। ते दोवें ਉਹ ਚਿਹਰੇ ਨੇ ਜਿਹੜੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸ਼ਾਮਿਲ ਸੀਗੇ। ਅੰਕਿਤ ਸਿਰਸਾ ਨੇ ਦੋਵੇਂ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ ਸਿੱਧੂ ਮੂਸੇਵਾਲਾ ਦੇ ਉੱਤੇ, ਤੇ ਹੁਣ ਪੁਲਿਸ ਦੀ ਹੱਥਕੜੀ ਦੇ ਵਿੱਚ ਇਹਨਾਂ ਦੇ ਹੱਥ ਬੰਨੇ ਹੋਏ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ, ਸਿੱਧੀਆਂ ਤਸਵੀਰਾਂ। ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੇ ਅੰਕਿਤ ਸਿਰਸਾ ਦੇ ਨਾਲ ਸਚਿਨ ਬਿਸ਼ਨੋਈ ਦੀ ਗ੍ਰਿਫਤਾਰੀ ਹੋਈ ਹੈ। ਦਿੱਲੀ ਦੇ कश्मीरी गेट इलाके के नेड़े महात्मा गांधी रोड तो इन्होंने गिरफ्तार किया गया। दोवां नूं सचिन चौधरी ते इल्जाम है कि उसने
ਪਨਾਹ ਦਿੱਤੀ ਸੀ ਕਾਤਲਾਂ ਨੂੰ, ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ, ਉਹਨਾਂ ਨੂੰ ਬਾਕੀ ਚੀਜ਼ਾਂ ਮੁਹੱਈਆ ਕਰਾਈਆਂ। ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪੇਸ਼ ਕੀਤਾ ਜਾਵੇਗਾ ਇਹਨਾਂ ਨੂੰ ਅਦਾਲਤ ਦੇ ਵਿੱਚ, ਰਿਮਾਂਡ ਲਿਆ ਜਾਵੇਗਾ। ਪੁੱਛਗਿੱਛ ਲਗਾਤਾਰ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਔਰ ਪੁੱਛਗਿੱਛ ਦੌਰਾਨ ਜਿਹੜਾ ਹੈਗਾ ਉਹ ਖੁਲਾਸੇ ਹੋ ਰਹੇ ਨੇ, ਪਰਤਾਂ ਖੁੱਲ ਰਹੀਆਂ ਨੇ, ਕਿਸ ਤਰੀਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਤੇ ਇਹ ਸਿੱਧੂ ਮੂਸੇਵਾਲਾ ਦੇ ਕਾਤਲ ਨੇ। ਅੰਕਿਤ ਸੇਰਸਾ ਕਾਤਲਾਂ ਚੋਂ ਇੱਕ ਹੈ ਜਿਸਨੇ ਸਿੱਧੂ ਮੂਸੇਵਾਲਾ ਤੇ ਸਭ ਤੋਂ ਨੇੜਿਓਂ ਗੋਲੀਆਂ ਚਲਾਈਆਂ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੰਕਿਤ ਸੇਰਸਾ ਨੇ ਦੋਵੇਂ ਹੱਥਾਂ ਦੇ ਨਾਲ ਗੋਲੀਆਂ ਚਲਾਈਆਂ, ਦੋਵੇਂ ਹੱਥਾਂ ਨਾਲ ਫਾਇਰ ਕੀਤੇ, ਦੋਵੇਂ ਹੱਥਾਂ ਦੇ ਵਿੱਚ ਬੰਦੂਕ ਫੜ ਕੇ ਉਸਨੇ ਫਾਇਰ ਕੀਤੇ, ਦੋਵੇਂ ਹੱਥਾਂ ਵਿੱਚ ਪਿਸਟਲ ਦੇ ਨਾਲ ਅੰਕਿਤ ਸੇਰਸਾ ਨੇ ਫਾਇਰ ਕੀਤੇ। शंकर आनंद मेरे सहयोगी फोन लाइन के साथ नाल जुड़ रहे हैं। शंकर, तस्वीरें हम दिखा रहे हैं अंकित सेरसा और सचिन चौधरी की, दोनों के बारे में अहम खुलासे एचजीएस धालीवाल ने किए हैं। शंकर, अहम खुलासे एचजीएस धालीवाल ने किए दोनों के बारे में, सचिन के बारे में भी और अंकित के बारे में भी। निश्चित तौर पर देखिए एक बहुत बड़ा खुलासा इसे कहा जा सकता है कि जिस तरह से दिल्ली पुलिस की स्पेशल सेल द्वारा दो आरोपियों को गिरफ्तार किया गया, जिसमें कि एक अंकित और इसके साथ साथ दूसरा जो है आरोपी, जो अंकित की अगर बात करें तो ये मात्र 18.5 साल का ये आरोपी है और इसने ही सबसे नजदीक से जाकर के इस सिद्धू मूसेवाला पे फायरिंग किया था। तो इस मामले में दोनों आरोपी गिरफ्तार करने के बाद आगे की तफ्तीश की जा रही है। किस तरह से इस मामले में कई अन्य आरोपियों की भूमिका रही थी उसको भी खंगाला जा रहा है, विस्तार से पूछताछ की जा रही है। और इन आरोपियों के पास से जिस तरह से 3 पंजाब पुलिस की वर्दी को भी बरामद किया गया था, तो इस मामले में किस तरह से उसकी भूमिका थी, किस तरह से उसका रोल था, उन तमाम मामलों पर आगे विस्तार से पूछताछ की जा रही है। कहा जा सकता है कि अभी तक इस मामले में 3 शूटर्स की गिरफ्तारी हुई है, लेकिन जैसे जैसे तफ्तीश का दायरा आगे बढ़ता जा रहा है, इस मामले में आगे कई और भी खुलासे हो सकते हैं। और कहा जा सकता है कि अभी बाकी के जो शूटर्स हैं उस शूटर्स को भी गिरफ्तार करने की तैयारियां की जा रही है और इस मामले में स्पेशल सेल के द्वारा आगे जल्द ही उन आरोपियों को भी गिरफ्तार किया जा सकता है। उसके बाद भी हमारी टीम्स ने लगातार इस पे काम किया। तो कल रात हमने जो अंकित सिरसा था, जो यंगेस्ट शूटर था, काफ़ी डेस्परेट था, इसने दोनों हाथों से फायरिंग करी इनफैक्ट, और बिल्कुल गाड़ी के पास जाके इसने गोलियां चलाई। और जो इनका मेन लॉजिस्टिक सप्लायर था सचिन भिवानी, जिसने इनको हाइड आउट्स प्रोवाइड किए, गाड़ियां प्रोवाइड करी, वेपन हैंडल किए, वारदात से पहले और वारदात के बाद 6 स्टेटों में उसने हाइड आउट प्रोवाइड किए, इनको ट्रांसपोर्ट करवाया, उसको अरेस्ट किया। सर, आपने बताया कि लगातार गोल्डी बरार का फोन आ रहा था इन लोगों को, तो किसको फोन कर रहा था? और बोले हम 1-2 फोन वो कर रहा था जितना कि हमारी नॉलेज में आया है। एक कर रहा था मनप्रीत मानू को, एक कर रहा था प्रियव्रत फौजी को। तो प्रियव्रत फौजी को क्योंकि हमने अरेस्ट किया है, प्रियव्रत फौजी वाली बात हम आपको ऑथेंटिकली बता सकते हैं। तकरीबन 4 बजे पहले तो 28 को फोन आया कि कल ये वारदात को अंजाम दिया जाए। फिर 29 तारीख को तकरीबन 4 बजे शाम को उसने फ़ोन किया कि उनके घर का गेट खुल गया है या खुलने वाला है और आप लोग मूव करो। तो ये दोनों मॉड्यूल वहाँ पास ही थे, कुछ किलोमीटर में, एक मानसा चौक पे गाड़ी खड़ी थी, एक उसके पास थी। तो ये मूव किए, जैसे ही इन्हें पता चला कि अब मूव वहाँ से शुरू हो गई है, तो वारदात के बाद फिर प्रियव्रत फौजी ने इसको फ़ोन किया और बताया कि इन्होंने काम कर दिया है। सर, उसका सोर्स क्या था? क्योंकि गोल्डी बरार को वहाँ बैठे बैठे सब कुछ कि गेट कब खुला और क्या हुआ, तो वो कौन बता रहा? क्योंकि उन्होंने वहाँ लोकल जो इनका गांव था, मूसा गांव, वहाँ रिक्की वाले कुछ लोग थे जो कि उनको लगातार इन्फॉर्मेशन प्रोवाइड कर रहे थे। उनकी कुछ पहचान हुई लोग तक कि कौन? एक तो पकड़ा ही गए हैं, 2 लोग पंजाब पुलिस ने पकड़े हैं रिक्की वाले। सर, ये जो अंकित पकड़ा है, ये पहले फौजी के साथ में भागा हुआ था, फिर वो अलग क्यों हुआ, उसकी क्या कहा? नहीं, वो देखिए हमने पहले ही बताया, ये चारों इकट्ठे थे और एक अच्छे, पहले तो हरियाणा में रुके, फतेहाबाद रुके, तोशम रुके, फिर राजस्थान रुके, पिलानी रुके, फिर उसके बाद ये कच्छ एरिया गए। कच्छ एरिया में कुछ दिन रुके। प्रियव्रत फौजी जो था बिना मास्क के घूमना शुरू कर दिया। इनकी फोटोज 3 शूटर की तो वायरल हो चुकी थी तब तक, रूपा की, मानू की और प्रियव्रत की। तो इनको था कि अगर इसकी गलती से बाकी लोग भी ना पकड़े जाएं, तो
ये वहाँ से जो अंकित सिरसा था और दीपक मुंडी था, ये वहाँ से निकल गए और प्रियव्रत और कशिश केशव वहाँ रहे और केशव वहाँ रहा। उनको हमने अरेस्ट कर लिया पहले। सर अभी तक हथियारों का कोई सोर्स पता चला कि कहाँ से लेकर आए थे हथियार? देखो, वो हमने जो पहले बताया था कि फतेहाबाद एक चौक पे तकरीबन 2 हफ्ते पहले वारदात से गोल्डी बराड़ के कहने पे एक आदमी पूरा बैग दे के गया था प्रियव्रत फौजी को। प्रियव्रत फौजी को भी उस आदमी की आइडेंटिटी नहीं पता, क्योंकि उसे स्पेसिफिकली बोला गया था कि कुछ पूछना नहीं है, बैग आएगा बैग ले लेना है। जो देने वाला था उसको भी यही हिदायत थी कि ये नहीं पूछना कि तुम कौन हो, बैग लेके कहाँ जाओगे। तो वहाँ तक तो हम पीछे जा पाए हैं। वो बंदा कौन था इसकी कोशिश जारी है कि हम आइडेंटिफाई कर सकें। आज भी सर स्पेशल सेल के 3 आरोपियों को पंजाब पुलिस कस्टडी में लेकर गई है, कौन है वो? नहीं, वो तो जो हमारे इधर कस्टडी रिमांड में 14 दिन से थे, प्रियव्रत फौजी था, कशिश केशव था और तीसरा वो कशिश कुलदीप था और तीसरा केशव था, उनको लेके गए हैं। ठीक है सर, शुक्रिया। ਸੋ ਐਜੀਐਸ ਧਾਲੀਵਾਲ ਨੂੰ ਤੁਸੀਂ ਸੁਣ ਰਹੇ ਸੀਗੇ। 28 ਤਰੀਕ ਨੂੰ ਗੋਲਡੀ ਬਰਾੜ ਫੋਨ ਕਰਕੇ ਬਕਾਇਦਾ ਇਹਨਾਂ ਨੂੰ ਕਹਿੰਦਾ ਹੈ ਕਿ ਕੱਲ ਅੰਜਾਮ ਦਿੱਤਾ ਜਾਣਾ ਹੈ ਕਤਲ ਦੀ ਵਾਰਦਾਤ ਨੂੰ। 28 ਮਈ ਨੂੰ ਗੋਲਡੀ ਬਰਾੜ ਫੋਨ ਕਰਦਾ ਹੈ। ਪ੍ਰਿਯਵਰਤ ਫੌਜੀ ਦੇ ਹਵਾਲੇ ਤੋਂ ਜਿਹੜੀ ਖਬਰ ਪੁਲਿਸ ਨੂੰ ਮਿਲੀ, ਜਿਹੜੀ ਜਾਣਕਾਰੀ ਪੁਲਿਸ ਨੂੰ ਮਿਲੀ, ਉਹ ਪੁਲਿਸ ਕਮਿਸ਼ਨਰ, ਪੁਲਿਸ ਦੇ ਸਪੈਸ਼ਲ ਕਮਿਸ਼ਨਰ ਆਫ ਪੁਲਿਸ ਸਪੈਸ਼ਲ ਸੈੱਲ ਦੇ ਐਜੀਐਸ ਧਾਲੀਵਾਲ ਦੱਸ ਰਹੇ ਸੀਗੇ। ਪ੍ਰਿਯਵਰਤ ਫੌਜੀ ਦੇ ਨਾਲ ਗੱਲ ਹੁੰਦੀ ਹੈ ਗੋਲਡੀ ਬਰਾੜ ਦੀ 28 ਤਰੀਕ ਨੂੰ। फिर 29 तारीख को 4 बजे फोन करके दसता है गोल्डी बराड़ कि मूवमेंट शुरू हो चुकी है। मूवमेंट शुरू होने का मतलब कि सिद्धू मूसेवाला अपने घरों निकल चुका है।